हेलो स्टूडेंट्स, गुड मॉर्निंग टू ऑल ऑफ यू। प्यारे सखियार्थियों, मैं गुरविंदर सिंह गिल पंजाबी अध्यापक ਤੁਹਾਡੇ ਸਾਹਮਣੇ ਪੰਜਾਬੀ ਦੀ ਕਲਾਸ ਲੈ ਕੇ ਹਾਜ਼ਰ ਹਾਂ। ਵਿਦਿਆਰਥੀਓ, ਅੱਜ ਅਸੀਂ ਤੁਹਾਡੀ ਕਲਾਸ ਦਾ 11th ਲੈਸਨ ਪੇਜ ਨੰਬਰ 65 ਦੇ ਉੱਪਰ ਇਸ ਤਰ੍ਹਾਂ ਦਾ ਲੈਸਨ ਕਰਨ ਜਾ ਰਹੇ ਹਾਂ। ਇਸ ਤਰ੍ਹਾਂ ਦੀ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਇੱਕ ਰੱਬ ਦੀ ਮੂਰਤ ਹੈ, ਜਿਸ ਨੂੰ ਅਸੀਂ ਰੱਬ ਦੀ ਮੂਰਤ ਕਹਿ ਸਕਦੇ ਹਾਂ। ਅਸੀਂ ਅੱਜ ਉਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸਾਰਾ ਜੀਵਨ ਦੀਨ ਦੁਖੀਆਂ ਨਿਥਾਣਿਆਂ ਦੀ ਮਦਦ ਦੇ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਤੇ ਉਹਨਾਂ ਨੇ ਕਦੇ ਵੀ ਇਸ ਕੰਮ ਤੋਂ ਨੱਕ ਨਹੀਂ ਵੱਟਿਆ। ਪਹਿਲਾਂ ਉਹ ਅਧਿਆਪਕ ਦਾ ਇੱਕ ਅਹੁਦਾ ਵੀ, ਅਧਿਆਪਕ ਦਾ ਕੰਮ ਵੀ ਕਰਦੇ ਸੀ, ਬਾਅਦ ਦੇ ਵਿੱਚ ਉਹ ਪ੍ਰਿੰਸੀਪਲ ਵੀ ਬਣ ਗਏ ਸੀ ਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਗਰੀਬ ਲੋਕਾਂ ਦੀ ਮਦਦ ਦੇ ਲਈ, ਬਿਮਾਰ ਲੋਕਾਂ ਦੀ ਮਦਦ ਦੇ ਲਈ, ਨਿਥਾਣਿਆਂ ਲੋਕਾਂ ਨੂੰ ਥਾਂ ਦੇਣ ਦੇ ਲਈ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ। ਹਾਂ ਵਿਦਿਆਰਥੀਓ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਦਰ ਟੈਰੇਸਾ। ਸਾਡਾ ਪੜ੍ਹਨ ਦਾ ਵਿਸ਼ਾ ਹੈ ਜੀ ਮਦਰ ਟੈਰੇਸਾ। ਮਦਰ ਟੈਰੇਸਾ ਬਾਰੇ ਗੱਲ ਕਰਾਂਗੇ ਵਿਦਿਆਰਥੀਓ। ਪਹਿਲਾਂ ਉਹਨਾਂ ਨੂੰ ਮਦਰ ਦੀ ਪਦਵੀ ਮਿਲੀ ਸੀ, ਉਸ ਤੋਂ ਬਾਅਦ ਟੈਰੇਸਾ। ਪਹਿਲਾਂ ਮਦਰ ਫਿਰ ਟੈਰੇਸਾ, ਉਸ ਤੋਂ ਬਾਅਦ ਉਹ ਮਿਲ ਕੇ ਦੋਨੋਂ ਉਹਨਾਂ ਦਾ ਨਾਮ ਮਦਰ ਟੈਰੇਸਾ ਬਣ ਗਿਆ ਸੀ। ਮਦਰ ਟੈਰੇਸਾ ਕਹਿਣ ਲੱਗੇ ਸੀ। ਅੱਜ ਅਸੀਂ ਇਸ ਲੈਸਨ ਦੇ ਰਾਹੀਂ ਜਾਣਾਂਗੇ ਕਿ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ, ਉਹ ਕਿਸ ਤਰ੍ਹਾਂ ਦੇ ਦਿੱਖ ਦੇ ਵਿੱਚ, ਪਹਿਲੀ ਦਿੱਖ ਦੇ ਵਿੱਚ ਉਹ ਕਿਸ ਤਰ੍ਹਾਂ ਸੀ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਉਹਨਾਂ ਨੇ ਕਿਹੜੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਆ, ਕਿਹੜੇ ਲੋਕਾਂ ਦੀ ਮਦਦ ਦੇ ਲਈ ਕਿੰਨਾ ਸਮਾਂ ਉਹ ਕੰਮ ਕਰਦੇ ਸੀ ਤੇ ਬਾਅਦ ਦੇ ਵਿੱਚ ਸਰਕਾਰ ਨੇ ਉਹਨਾਂ ਦਾ ਕੀ ਮੁੱਲ ਪਾਇਆ, ਸਰਕਾਰਾਂ ਨੇ ਕਿਹੜੇ ਪੁਰਸਕਾਰ ਉਹਨਾਂ ਨੂੰ ਦਿੱਤੇ ਆ। ਠੀਕ ਹੈ, ਭਾਰਤੀਆਂ ਦੇ ਦਿਲਾਂ ਦੇ ਵਿੱਚ ਉਸ ਮਦਰ ਟੈਰੇਸਾ ਰੱਬ ਦੀ ਮੂਰਤ ਦਾ ਕੀ ਸਥਾਨ। ਅੱਜ ਅਸੀਂ ਮਦਰ ਟੈਰੇਸਾ ਦੀਨ ਦੁਖੀਆਂ ਦੀ ਸੇਵਾ ਕਰਨ ਵਾਲੀ ਇੱਕ ਰੱਬ ਦੀ ਮੂਰਤ ਸੀ ਤੇ ਉਹ ਰੱਬ ਦੀ ਮੂਰਤ ਸਾਡੇ ਵਿੱਚ ਵਿਦਿਆਰਥੀਓ ਜਦੋਂ ਵੀ ਆਈ, ਬਚਪਨ ਤੋਂ ਹੀ ਉਸ ਨੇ ਦੀਨ ਦੁਖੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਨੀਲੀ ਕੰਨੀ ਵਿੱਚ ਸਫੇਦ ਸਾੜੀ ਵਿੱਚ ਲਿਪਟੀ ਹੋਈ ਮਦਰ ਟੈਰੇਸਾ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਅਣਥੱਕ ਮਿਹਨਤ ਤੇ ਸੇਵਾ ਦੇ ਨਾਲ ਸਾਰੀ ਮਨੁੱਖਤਾ ਦਾ ਦਿਲ ਜਿੱਤ ਲਿਆ ਸੀ ਤੇ ਲੋਕਾਂ ਦਾ ਪਿਆਰ ਭਰਿਆ ਰਵੱਈਏ ਦੇ ਕਾਰਨ ਉਸ ਨੂੰ ਸਾਰੇ ਮਦਰ ਕਹਿਣ ਲੱਗ ਪਏ। ਉਹ ਜੇਕਰ ਮਦਰ ਟੈਰੇਸਾ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਪਤਲੇ ਜਿਹਾ ਉਸ ਦਾ ਕੱਦ ਛੋਟਾ ਸੀ ਤੇ ਪਤਲਾ ਜਿਹਾ ਸਰੀਰ ਤੇ ਚਿਹਰੇ ਤੇ ਝੋਡੀਆਂ ਸਨ ਤੇ ਉਹ ਝੋਡੀਆਂ ਸਨ ਜੋ ਕਿ ਅੰਦਰ ਨੂੰ ਧਸੀਆਂ ਹੋਈਆਂ ਸਨ। ਅੱਖਾਂ ਉਸ ਦੀਆਂ ਅੰਦਰ ਨੂੰ ਧਸੀਆਂ ਹੋਈਆਂ ਸਨ ਤੇ ਉਹ ਇੱਕ ਮਮਤਾ ਦੀ ਮੂਰਤ ਸੀ। ਮਦਰ ਟੈਰੇਸਾ ਦਾ ਜਨਮ 27 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਦੇ ਇੱਕ ਪ੍ਰਸਿੱਧ ਸ਼ਹਿਰ ਸਕੋਪਲੇ ਵਿੱਚ ਹੋਇਆ ਸੀ। ਉਹਨਾਂ ਦਾ ਬਚਪਨ ਦਾ ਨਾਮ ਐਗਨਸ ਗੋਵੰਸ਼ ਬੇਰਾਜੂ ਸੀ। ਉਸਦੇ ਪਿਤਾ ਜੀ ਇੱਕ ਸਟੋਰ ਕੀਪਰ ਦੇ ਵਿੱਚ ਕੰਮ ਕਰਦੇ ਸੀ ਤੇ ਮਿਸ਼ਨਰੀਆਂ ਦੁਆਰਾ ਕੀਤੇ ਜਾਣ ਵਾਲੇ ਪਰ ਉਪਕਾਰ ਅਤੇ ਸੇਵਾ ਦੇ ਕੰਮਾਂ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ ਸੀ। ਇਸ ਲਈ ਉਹਨਾਂ ਦੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਸੇਵਾ ਦੀ ਭਾਵਨਾ ਲੱਗ ਗਈ ਸੀ। ਵਿਦਿਆਰਥੀਓ, ਸਾਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਜੋ ਮਦਰ ਟੈਰੇਸਾ ਸੀ ਉਹ ਬਚਪਨ ਤੋਂ ਹੀ ਸੇਵਾ ਕਰਨ ਦੇ ਆਦੀ ਸੀ। ਸੇਵਾ ਕਰਨਾ ਉਹਨਾਂ ਦਾ ਇੱਕ ਸ਼ੌਕ ਸੀ। ਜਦੋਂ ਮਦਰ ਟੈਰੇਸਾ ਦੀ ਉਮਰ 12 ਸਾਲ ਦੀ ਸੀ ਤਾਂ ਉਹਨਾਂ ਨੇ ਮਨ ਦੇ ਵਿੱਚ ਪਾਦਰੀ ਬਣਨ ਦਾ ਮਨ ਬਣਾਇਆ ਸੀ ਤੇ ਬਾਅਦ ਦੇ ਵਿੱਚ ਉਹ ਜਾ ਕੇ ਆਈਸਰਸ ਸੰਸਥਾ ਦੇ ਵਿੱਚ ਪਹਿਲਾਂ ਸਭ ਤੋਂ ਮਹਿਲਾ ਪਾਦਰੀ ਦਾ ਪਹਿਰਾਵਾ ਉਹਨਾਂ ਨੇ ਪਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਸੰਸਥਾ, ਇਸ ਮਹਿਲਾ ਸੰਸਥਾ ਨੂੰ 28 ਨਵੰਬਰ 1929 ਈਸਵੀ ਨੂੰ ਧਰਮ ਪ੍ਰਚਾਰ ਦੇ ਲਈ ਕਲਕੱਤੇ ਮਦਰ ਟੈਰੇਸਾ ਨੂੰ ਭੇਜਿਆ ਸੀ। ਉਹਨਾਂ ਨੇ ਕਲਕੱਤੇ ਆ ਕੇ ਐਗਨਸ ਨੇ ਅਧਿਆਪਕ ਦਾ ਕਿੱਤਾ ਅਪਣਾ ਲਿਆ ਸੀ। ਐਗਨਸ ਬੇਟਾ ਮਦਰ ਟੈਰੇਸਾ ਦਾ ਛੋਟਾ ਨਾਮ ਹੈ, ਬਚਪਨ ਦਾ ਨਾਮ ਹੈ ਐਗਨਸ। ਠੀਕ ਹੈ, ਇੱਥੇ ਧਿਆਨ ਰੱਖਣਾ। ਉਹ ਇੱਕ ਭੂਗੋਲ ਦਾ ਵਿਸ਼ਾ ਪੜ੍ਹਾਉਂਦੇ ਸਨ। ਆਪ ਕਹਿਣ ਤੋਂ ਭਾਵ ਹੈ ਉਹ ਭੂਗੋਲ ਦੇ ਅਧਿਆਪਕ ਸਨ। ਉਹ ਖੁਦ ਇੱਕ ਗੰਦੀ ਬਸਤੀ ਦੇ ਵਿੱਚ ਰਹਿੰਦੇ ਸੀ। ਠੀਕ ਹੈ, ਤੇ ਰਹਿ ਕੇ ਬਾਅਦ ਦੇ ਵਿੱਚ ਉਹ ਇੱਕ ਪ੍ਰਿੰਸੀਪਲ ਵੀ ਬਣ ਗਏ ਸੀ। ਆਪਣੀ ਪਦਵੀ ਤੇ ਉਹਨਾਂ ਨੇ ਕਈ ਸਾਲ ਕੰਮ ਕੀਤਾ ਸੀ। 1931 ਈਸਵੀ ਵਿੱਚ ਉਹਨਾਂ ਨੇ ਆਪਣਾ ਉਪਨਾਮ ਟੈਰੇਸਾ ਪਹਿਲਾਂ ਮਦਰ ਮਿਲਿਆ ਸੀ ਉਹਨਾਂ ਨੂੰ, ਹੁਣ ਟੈਰੇਸਾ, ਦੋਨੋਂ ਮਿਲ ਕੇ ਮਦਰ ਟੈਰੇਸਾ ਬਣ ਗਿਆ ਸੀ। ਮਦਰ ਟੈਰੇਸਾ ਦਾ ਮਨ ਹਰ ਵੇਲੇ ਲੋਕਾਂ ਦੀ ਸੇਵਾ ਵੱਲ ਹੀ ਝੁਕਿਆ ਰਹਿੰਦਾ ਸੀ।
ਉਹ ਆਪਣਾ ਸਾਰਾ ਜੀਵਨ ਲੋਕ ਸੇਵਾ ਵੱਲ ਲਗਾਉਣ ਦੇ ਉੱਤੇ ਤੁਲੇ ਹੋਏ ਸਨ। ਕਹਿੰਦੇ ਹਨ ਕਿ ਉਹਨਾਂ ਦੇ ਅੰਦਰੋਂ ਹੀ ਇਹ ਆਵਾਜ਼ ਉੱਠੀ ਸੀ, ਉਸ ਨੂੰ ਸਭ ਕੁਝ ਛੱਡ ਕੇ ਲੋਕ ਸੇਵਾ ਦੇ ਵਿੱਚ ਜੁਟ ਜਾਣਾ ਚਾਹੀਦਾ ਸੀ। ਇਸ ਤੋਂ ਅੱਗੇ ਬੇਟਾ ਅਸੀਂ ਪੜ੍ਹਦੇ ਹਾਂ ਇਸ ਸਟੋਰੀ ਦੇ ਵਿੱਚ, ਹਰ ਸਾਲ ਦੀ ਤਰ੍ਹਾਂ ਸੈਰ ਸਪਾਟੇ ਦੇ ਲਈ ਉਹ ਦਾਰਜਲਿੰਗ ਦੇ ਵਿੱਚ ਜਾਂਦੇ ਸੀ। ਇਸ ਵਾਰ ਵੀ ਉਹ ਦਾਰਜਲਿੰਗ ਆਏ ਹੋਏ ਸੀ। ਉਹ ਹਵਾਖੋਰੀ ਲਈ ਘਰੋਂ, ਹਵਾਖੋਰੀ ਮੀਨਸ ਥੋੜਾ ਆਪਣੇ ਆਪ ਨੂੰ ਚੇਂਜ ਕਰਨ ਦੇ ਲਈ ਘਰੋਂ ਨਿਕਲਦੇ ਸੀ। ਠੀਕ ਹੈ। ਬੇਸਹਾਰਾ ਤੇ ਬੁੱਢੀ ਔਰਤ ਉਹਨਾਂ ਨੂੰ ਉੱਥੇ ਮਿਲੀ ਸੀ ਇੱਕ, ਜੋ ਕਿ ਬੜੀ ਬਿਮਾਰ ਸੀ। ਇਸ ਘਟਨਾ ਨੇ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸੀ ਕਿ ਉਹ ਵਿਚਾਰੀ ਔਰਤ ਪੀੜਾ ਦੇ ਨਾਲ ਕੁਰਲਾ ਲਈ ਸੀ ਤੇ ਕੋਈ ਵੀ ਡਾਕਟਰ ਉਹਨੂੰ ਸਹਾਰਾ ਨਹੀਂ ਸੀ ਦੇ ਰਿਹਾ। ਤਾਂ ਮਦਰ ਟਰੇਸਾ ਦੇ ਵਿੱਚ ਤਰਸ ਦੀ ਭਾਵਨਾ ਦੇ ਨਾਲ ਉਸ ਨੂੰ ਹਸਪਤਾਲ ਚੁੱਕ ਕੇ ਲੈ ਗਈ ਸੀ। ਹਸਪਤਾਲ ਵਿੱਚ ਕਿਸੇ ਨੇ ਉਸ ਬੁੱਢੀ ਦਾ ਕੋਈ ਤਰਲਾ ਨਹੀਂ ਖਾਧਾ। ਉਹ ਹੋਰ ਹਸਪਤਾਲਾਂ ਦੇ ਡਾਕਟਰਾਂ ਕੋਲ ਵੀ ਗਈ, ਪਰੰਤੂ ਉਸ ਬੁੱਢੀ ਦਾ ਇਲਾਜ ਕਰਨ ਦੇ ਲਈ ਕੋਈ ਵੀ ਤਿਆਰ ਨਾ ਹੋਇਆ। ਅਖੀਰ ਨੂੰ ਮਦਰ ਟੈਰੇਸਾ ਨੇ ਉਸ ਡਾਕਟਰਾਂ ਨੂੰ ਲਾਹਣਤਾਂ ਪਾਈਆਂ। ਲਾਹਣਤਾਂ ਪਾਉਣ ਤੋਂ ਬਾਅਦ ਉਹਨਾਂ ਡਾਕਟਰ ਸ਼ਰਮਿੰਦੇ ਹੋਏ ਤੇ ਉਹਨਾਂ ਨੇ ਉਹ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਉਸ ਔਰਤ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਸੀ ਤੇ ਵਧੀਆ ਹਾਲਤ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਮਦਰ ਟਰੇਸਾ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਟੈਰੇਸਾ ਤੋਂ ਮਦਰ ਟਰੇਸਾ ਬਣ ਗਈ ਸੀ। ਪਹਿਲਾਂ ਮਦਰ ਬਣੀ ਸੀ, ਫਿਰ ਟੈਰੇਸਾ, ਉਸ ਤੋਂ ਬਾਅਦ ਦੋਨੇ ਉਹਨਾਂ ਨੇ ਮਿਲਾ ਲਏ ਸੀ, ਮਦਰ ਟੈਰੇਸਾ ਬਣ ਗਈ ਸੀ। ਇਸ ਘਟਨਾ ਤੋਂ ਬਾਅਦ ਮਦਰ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਤੇ ਗਰੀਬਾਂ ਦੀ ਸੇਵਾ ਦਾ ਮਨ ਬਣਾ ਲਿਆ ਸੀ। ਉਸਨੇ ਸਾਰੇ ਸੁੱਖ ਤਿਆਗ ਕੇ ਆਪਣਾ ਸਾਰਾ ਜੀਵਨ ਗਰੀਬਾਂ ਤੇ ਅਨਾਥ ਰੋਗੀਆਂ ਦੇ ਲਈ ਅਰਪਣ ਕਰ ਦਿੱਤਾ ਸੀ। ਉਹ ਗਰੀਬਾਂ ਦੀ ਦੁਨੀਆ ਵਿੱਚ ਜਾ ਕੇ ਰਹਿਣ ਲੱਗੇ ਸਨ। ਉਹਨਾਂ ਦੀ ਸੇਵਾ ਵਿੱਚ ਤਨੋਂ ਮਨੋਂ ਜੁਟ ਗਏ ਸਨ। ਉਸ ਘੜੀ ਨੂੰ ਉਸਨੇ ਸਾਰਾ ਸਮਾਂ ਗਰੀਬ ਰੋਗੀਆਂ, ਅਨਾਥ ਬੱਚਿਆਂ, ਕੋਹੜੀਆਂ, ਦੁਰਕਾਰੇ ਹੋਏ ਬੱਚਿਆਂ ਦੀ ਸੇਵਾ ਵਿੱਚ ਲਗਾ ਦਿੱਤਾ। ਉਸਨੇ ਭੁੱਖਿਆਂ ਨੂੰ ਰੋਟੀ ਦਿੱਤੀ, ਪਿਆਸਿਆਂ ਨੂੰ ਪਾਣੀ ਦਿੱਤਾ, ਨਿਥਾਵਿਆਂ ਮੀਨ ਜਿਨ੍ਹਾਂ ਕੋਲੇ ਥਾਂ ਨਹੀਂ ਹੈ ਬੱਚਿਓ, ਨਿਥਾਵਿਆਂ ਨੂੰ ਥਾਂ ਦਿੱਤਾ, ਡਿੱਗਦਿਆਂ ਨੂੰ ਸਹਾਰਾ ਦਿੱਤਾ। ਉਹ ਗੰਦੇ ਜ਼ਖਮਾਂ ਨੂੰ ਸਾਫ਼ ਕਰਕੇ ਪੱਟੀਆਂ ਕਰਦੀ। ਉਸਨੇ ਕੂੜੇ ਦੇ ਢੋਲਾਂ ਦੇ ਵਿੱਚੋਂ ਬੱਚਿਆਂ ਨੂੰ ਚੁੱਕ ਕੇ ਉਸ ਦਾ ਪਾਲਣ ਪੋਸ਼ਣ ਕੀਤਾ। ਜੀਵਨ ਤੋਂ ਉਪਰਾਮ ਹੋਇਆਂ ਨੂੰ ਗਲ ਲਾਇਆ, ਅਨਾਥਾਂ ਨੂੰ ਪੁੱਛੜ ਚੁੱਕ ਕੇ ਪਿਆਰ ਦਿੱਤਾ, ਸਰਬੱਤ ਦਾ ਭਲਾ ਮੰਗਿਆ ਤੇ ਦੁਖੀਆਂ ਦੇ ਲਈ ਪ੍ਰਾਰਥਨਾ ਕੀਤੀ। ਇਸ ਤਰ੍ਹਾਂ ਜੇ ਆਪਾਂ ਦੇਖੀਏ ਵਿਦਿਆਰਥੀਓ, ਮਦਰ ਟਰੇਸਾ ਮੌਤ ਦੇ ਕਿਨਾਰੇ ਖਲੋਤੇ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਲੋਕ, ਉਹਨਾਂ ਨੂੰ ਇੱਕ ਆਸ ਦਾ ਚਿੰਨ੍ਹ ਬਣ ਕੇ ਉੱਭਰੀ। ਮਦਰ ਟਰੇਸਾ ਲੋਕ ਸੇਵਾ ਨੂੰ ਪ੍ਰਭੂ ਈਸਾ ਦੀ ਦਿੱਤੀ ਹੋਈ ਪ੍ਰੇਰਨਾ ਮੰਨਦੀ ਹੈ। ਇਸ ਲਈ ਉਹਨਾਂ ਨੇ ਈਸਾ ਦੇ ਸੰਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਉਦੇਸ਼ ਮੰਨ ਲਿਆ। ਮਦਰ ਟਰੇਸਾ ਨੇ ਇਹ ਕਾਰਜ ਆਰੰਭਿਆ। ਉਸ ਦੇ ਕੋਲ ਸਿਰਫ 5 ਰੁਪਏ ਸੀ। ਬੇਟਾ ਧਿਆਨ ਨਾਲ ਸੁਣ ਲਿਓ, ਸਿਰਫ ਉਸ ਦੇ ਕੋਲ 5 ਰੁਪਏ ਸੀ। ਇਹੀ 5 ਰੁਪਏ ਬਾਅਦ ਵਿੱਚ ਉਹਨਾਂ ਦੀ ਨਿਸਕਾਮ ਸੇਵਾ ਸਦਕਾ ਕਰੋੜਾਂ ਰੁਪਏ ਵਿੱਚ ਬਦਲ ਗਏ। ਉਸਨੇ ਇਹ ਕੰਮ ਵਾਸਤੇ ਕਿਸੇ ਇਮਾਰਤ ਦੀ ਲੋੜ ਨਹੀਂ ਸੀ, ਕਿਸੇ ਦਾ ਸਾਥ ਨਹੀਂ ਲੋਚਿਆ। ਉਹਨਾਂ ਨੇ ਕਿਸੇ ਤੋਂ ਚੰਦਾ ਨਹੀਂ ਮੰਗਿਆ, ਭਾਵ ਕਿਸੇ ਤੋਂ ਉਧਾਰੇ ਪੈਸੇ ਨਹੀਂ ਦਿੱਤੇ। ਉਹਨਾਂ ਨੇ ਰੱਬ ਨੂੰ ਮੰਨ ਕੇ ਧਾਰ ਕੇ ਸਿੱਧੇ ਹੀ ਇੱਕ ਦਰਖਤ ਦੀ ਥਾਂ ਦੇ ਉੱਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੀ ਇਸ ਹਿੰਮਤ ਨੂੰ ਵੇਖ ਕੇ ਸਾਰੇ ਲੋਕ ਅੱਗੇ ਆਏ ਤੇ ਕਿਸੇ ਨੇ ਹੱਥੀਂ ਸੇਵਾ ਕੀਤੀ, ਕਿਸੇ ਨੇ ਧਨ ਦਿੱਤਾ, ਕਿਸੇ ਨੇ ਥਾਂ ਦਿੱਤੀ ਤੇ ਕਿਸੇ ਨੇ ਇਮਾਰਤ ਖੜੀ ਕਰਨ ਵਿੱਚ ਹਿੱਸਾ ਪਾਇਆ। 1852 ਈਸਵੀ ਵਿੱਚ ਆਪ ਨੇ ਪਹਿਲਾ ਬਾਲ ਭਵਨ ਨਿਰਮਲ ਫਰਾਈ ਡੇ ਹੋਮ ਦਾ ਥੱਲੇ ਖੋਲਿਆ। ਹੌਲੀ ਹੌਲੀ ਵਿਦਿਆਰਥੀਓ ਅਜਿਹੇ ਬਾਲ ਭਵਨ ਬਣਨ ਲੱਗ ਗਏ ਕਿ ਕਿੰਨੇ ਹੀ ਦਿਨਾਂ ਦੇ ਵਿੱਚ ਹੀ, ਜਿਵੇਂ 1957 ਦੇ ਵਿੱਚ ਆਸਣਸੋਲ ਵਿੱਚ ਕੋਹੜੀਆਂ ਦੇ ਰੋਗ ਲਈ ਸ਼ਾਂਤ ਨਗਰ ਦੀ ਸਥਾਪਨਾ ਹੋ ਗਈ। ਫਿਰ ਨਿਰਮਲ ਹਿਰਦੇ ਭਵਨ ਬਣਾਏ ਗਏ। ਇਹਨਾਂ ਭਵਨਾਂ ਦੇ ਵਿੱਚ ਮੌਤ ਕਿਨਾਰੇ ਖਲੋਤੇ ਜਿਹੜੇ ਰੋਗੀ ਹੁੰਦੇ ਸੀ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਸੀ ਤੇ ਇਸ ਤੋਂ ਇਲਾਵਾ ਹੋਰ ਕਿੰਨੇ ਹੀ ਜਿਹੜੇ ਭਵਨ ਖੋਲ ਦਿੱਤੇ ਗਏ। ਇੱਕ ਗੱਲ ਵਿਦਿਆਰਥੀਓ ਹੋਰ ਇਹਦੇ ਵਿੱਚ ਸੋਚਣ ਵਾਲੀ ਹੈ ਕਿ ਜਦੋਂ ਮਦਰ ਟਰੇਸਾ ਦੀ ਆਪ ਦੀ ਸੰਪत्ति ਨਹੀਂ ਸੀ, ਉਸ ਦੀ ਇੱਕ ਸੰਪत्ति ਸੀ। ਉਸ ਕੋਲ 2 ਧੋਤੀਆਂ ਦੇ ਜੋੜੇ ਸਨ, ਇੱਕ ਬਾਲਟੀ ਸੀ, ਇੱਕ ਮੱਗ ਸੀ ਤੇ ਇੱਕ ਪਲੇਟ ਸੀ। ਇਹ ਹੀ ਉਹਦੀ ਸੰਪत्ति ਸੀ। ਉਹਨੇ ਕੋਈ ਵੀ ਆਪਣੀ ਜਾਇਦਾਦ ਨਹੀਂ ਜੋੜੀ। ਮਦਰ ਟਰੇਸਾ ਕੀਤੇ ਗਏ ਮਹਾਨ ਕੰਮਾਂ ਸਦਕਾ ਦੁਨੀਆ ਦੇ ਵਿੱਚ ਅਨੇਕ ਪੁਰਸਕਾਰਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
1962 ਈਸਵੀ ਵਿੱਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ। 1980 ਦੇ ਵਿੱਚ ਭਾਰਤ ਰਤਨ ਦੀ ਉਪਾਧੀ ਮਿਲੀ ਉਹਨਾਂ ਨੂੰ। 1993 ਨੂੰ ਆਪ ਨੂੰ ਰਾਜੀਵ ਗਾਂਧੀ ਅਵਾਰਡ ਦਿੱਤਾ ਗਿਆ। ਆਪਣੀ ਆਖਰੀ ਉਮਰ ਦੇ ਵਿੱਚ ਆ ਕੇ ਮਦਰ ਟਰੇਸਾ ਕਈ ਵਾਰ ਬਿਮਾਰ ਹੋਈ। ਭਾਰਤ ਵਾਸੀਆਂ ਨੇ ਉਹਨਾਂ ਦੇ ਇਲਾਜ ਦੇ ਵਿੱਚ ਤਨ ਮਨ ਲਗਾ ਦਿੱਤੀ, ਕੋਈ ਵੀ ਉਹਨਾਂ ਦੇ ਇਲਾਜ ਤੋਂ ਪਿੱਛੇ ਨਾ ਹਟਿਆ। 5 ਸਤੰਬਰ 1997 ਦੀ ਰਾਤ 9:30 ਤੇ ਇਹ ਮਮਤਾ ਦੀ ਮੂਰਤ ਸੰਸਾਰ ਦੇ ਵਿੱਚੋਂ ਚਲੀ ਗਈ ਤੇ ਸਾਡੇ ਸਾਰੇ ਭਾਰਤ ਵਾਸੀਆਂ ਦੇ ਹੱਥਾਂ ਦੇ ਵਿੱਚ ਉਸ ਦੇ ਲਈ ਇੱਕ ਆਸ ਦੀ ਕਿਰਨ ਹੀ ਰਹਿ ਗਈ। ਭਾਰਤ ਵਾਸੀ ਕਦੇ ਵੀ ਮਦਰ ਟਰੇਸਾ ਦੀਆਂ ਕਾਰਗੁਜ਼ਾਰੀਆਂ ਨੂੰ ਭੁਲਾ ਨਹੀਂ ਸਕਣਗੇ। ਜੋ ਉਹਨਾਂ ਨੇ ਭਾਰਤ ਵਾਸੀਆਂ ਦੇ ਲਈ ਕੰਮ ਕੀਤੇ ਆ ਉਹ ਸਦਾ ਲਈ ਉਹਨਾਂ ਨੂੰ ਯਾਦ ਰੱਖਣਗੇ। ਅੱਜ ਸੰਸਾਰ ਦੇ 52 ਦੇਸ਼ਾਂ ਦੇ ਵਿੱਚ 1200 ਨਿਰਮਲ ਹਿਰਦੇ ਆਸ਼ਰਮ ਚੱਲਦੇ ਆ ਜੋ ਕਿ ਮਦਰ ਟਰੇਸਾ ਨੇ ਸ਼ੁਰੂ ਕੀਤੇ ਸੀ। ਉਹਨਾਂ ਦੀ ਜਿਹੜੀ ਚਲਾਈ ਹੋਈ ਸੰਸਥਾ ਹੈ ਉਹ ਅੱਜ ਕੱਲ੍ਹ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ। ਇਸ ਵਿੱਚ ਲਗਭਗ 2000 ਅਧਿਆਪਕ ਪੜ੍ਹਾ ਰਹੇ ਹਨ। ਇੱਥੇ ਲਗਭਗ 30,000 ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਨੇ। ਜੇਕਰ ਪੂਰਾ ਅੰਦਾਜ਼ਾ ਲਗਾਇਆ ਜਾਵੇ ਤਾਂ ਜੋ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਦੀਨ ਦੁਖੀਆਂ ਦੇ ਲਈ ਇੱਕ ਸੰਸਥਾਵਾਂ ਦਾ ਆਰੰਭ ਕੀਤਾ ਸੀ, ਉਹ ਸੰਸਥਾਵਾਂ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੀਆਂ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਲੈਸਨ ਮਦਰ ਟਰੇਸਾ। ਅੱਜ ਅਸੀਂ ਮਦਰ ਟਰੇਸਾ ਦੀ ਜੀਵਨੀ ਬਾਰੇ ਜਾਣਿਆ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਸੀ, ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ ਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀਨ ਦੁਖੀਆਂ ਦੇ ਲੇਖੇ ਕਿਵੇਂ ਲਾਈ। ਅੱਜ ਅਸੀਂ ਇਹ ਸਾਰਾ ਪੜ੍ਹਿਆ। ਵਿਦਿਆਰਥੀਓ, ਜੇਕਰ ਅਸੀਂ ਇਸ ਲੈਸਨ ਨੂੰ ਥੋੜਾ ਬਰੀਫਲੀ ਜਿਹਾ ਇੱਕ ਵਾਰ ਫਿਰ ਝਾਤ ਮਾਰੀਏ ਤਾਂ ਮਦਰ ਟਰੇਸਾ ਇੱਕ ਮਮਤਾ ਦੀ ਮੂਰਤ ਸੀ। ਉਹਨਾਂ ਦੇ ਅੰਦਰ ਮਮਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਨਾਂ ਦੀ ਮਮਤਾ ਸਦਕਾ ਹੀ ਉਹਨਾਂ ਨੇ ਇਹਨਾਂ ਨਿਥਾਣਿਆਂ ਨੂੰ, ਬੇਸਹਾਰੇ ਲੋਕਾਂ ਨੂੰ, ਠੀਕ ਆ, ਦੀਨ ਦੁਖੀਆਂ ਨੂੰ, ਬਿਮਾਰ ਲੋਕਾਂ ਨੂੰ ਆਪਣੇ ਵੱਲੋਂ ਸਹਾਰਾ ਦਿੱਤਾ। ਇੰਨੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਜੇਕਰ ਅਸੀਂ ਦੇਖੀਏ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਕਿੰਨੀਆਂ ਹੀ ਘਾਲੀਆਂ। ਪਹਿਲਾਂ ਉਹਨਾਂ ਨੇ ਪਾਦਰੀ ਬਣਨ ਦਾ ਫੈਸਲਾ ਕੀਤਾ ਸੀਗਾ, ਫਿਰ ਉਸਨੇ ਅਧਿਆਪਕ ਬਣਿਆ। ਅਧਿਆਪਕ ਦੇ ਕਿੱਤੇ ਦੇ ਵਿੱਚ ਉਹ ਭੂਗੋਲ ਵਿਸ਼ਾ ਪੜ੍ਹਾਉਂਦੇ ਸੀ, ਠੀਕ ਹੈ। ਭੂਗੋਲ ਵਿਸ਼ੇ ਤੋਂ ਬਾਅਦ ਉਹਨਾਂ ਨੇ ਪ੍ਰਿੰਸੀਪਲ ਦਾ ਅਹੁਦਾ ਵੀ ਸੰਭਾਲੀ ਰੱਖਿਆ ਤੇ ਆਪਣਾ ਕੰਮ ਆ ਜਿਹੜਾ ਉਹ ਪੂਰੀ ਇਮਾਨਦਾਰੀ ਦੇ ਨਾਲ ਕੀਤਾ। ਇਸ ਦੇ ਦੌਰਾਨ ਉਹਨਾਂ ਨੂੰ 2 ਉਪਾਧੀਆਂ ਮਿਲੀਆਂ ਨੇ, ਮਦਰ ਦੀ ਤੇ ਟੈਰੇਸਾ ਦੀ। ਬਾਅਦ ਦੇ ਵਿੱਚ ਉਹ ਦੋਨੇ ਉਪਾਧੀਆਂ ਮਿਲ ਕੇ ਮਦਰ ਟੈਰੇਸਾ ਬਣ ਗਈ ਸੀ। ਉਹਨਾਂ ਨੇ ਹੁਣ ਆਪਣਾ ਨਾਮ ਮਦਰ ਟੈਰੇਸਾ ਰੱਖ ਲਿਆ ਸੀਗਾ। ਉਹਨਾਂ ਦੀ ਜ਼ਿੰਦਗੀ ਆ ਜਿਹੜੀ ਹਰ ਕੋਈ ਆਦਮੀ ਨਹੀਂ ਜਿਉ ਸਕਦਾ। ਕੋਈ ਖਾਸ ਘਾਲਣਾ ਵਾਲਾ ਹੀ ਆਦਮੀ ਉਹਨਾਂ ਦੇ ਜਿਹੜੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਤੁਰ ਸਕਦਾ, ਠੀਕ ਹੈ ਜੀ। ਉਹਨਾਂ ਦਾ ਹਮੇਸ਼ਾ ਮਨ ਬਚਪਨ ਤੋਂ ਹੀ ਗਰੀਬਾਂ ਦੀ ਸੇਵਾ ਕਰਨਾ ਸੀ। ਉਹਨਾਂ ਨੇ ਗਰੀਬਾਂ ਦੀ, ਅਨਾਥ ਰੋਗੀਆਂ ਨੂੰ ਆਪਣਾ ਜੀਵਨ ਅਰਪਣ ਕਰ ਦਿੱਤਾ ਸੀ। ਗਰੀਬਾਂ ਦੀ ਦੁਨੀਆ ਵਿੱਚ ਖੁਦ ਰਹਿਣ ਲੱਗ ਗਏ ਸੀ। ਵਿਦਿਆਰਥੀਓ, ਇਹ ਗੱਲ ਸੋਚਣ ਵਾਲੀ ਹੈ ਕਿ ਉਹ ਗਰੀਬਾਂ ਦੀ ਮਦਦ ਕਰਦੇ ਸੀ, ਠੀਕ ਹੈ, ਪਰ ਉਹ ਰਹਿੰਦੇ ਵੀ ਗਰੀਬਾਂ ਦੇ ਵਿੱਚ ਹੀ ਸੀ। ਉਹ ਸੋਚਦੇ ਸੀ ਵੀ ਜੇਕਰ ਉਹ ਗਰੀਬਾਂ ਦੇ ਵਿੱਚ ਰਹਿਣਗੇ ਤਾਂ ਹੀ ਉਹਨਾਂ ਨੂੰ ਅਸਲ ਦੇ ਵਿੱਚ ਜਿਹੜੀ ਗਰੀਬੀ ਆ ਜਾਂ ਗਰੀਬਾਂ ਦੀਆਂ ਮੁਸ਼ਕਲਾਂ ਦਾ ਪਤਾ ਲੱਗੇਗਾ। ਇਸ ਕਰਕੇ ਉਹ ਗਰੀਬਾਂ ਦੇ ਵਿੱਚ ਹੀ ਰਹਿੰਦੇ ਸੀ। ਉਹ ਮੰਨਦੇ ਸੀ ਕਿ ਜਿਹੜੀ ਲੋਕ ਸੇਵਾ ਉਹ ਕਰ ਰਹੇ ਨੇ ਉਹ ਪ੍ਰਭੂ ਈਸਾ ਦੀ ਦਿੱਤੀ ਹੋਈ ਪ੍ਰੇਰਣਾ ਸੀ, ਕਿਉਂਕਿ ਉਹ ਪ੍ਰਭੂ ਈਸਾ ਨੂੰ ਬਹੁਤ ਮੰਨਦੇ ਸੀ। ਉਹ ਕਹਿੰਦੇ ਸੀ ਵੀ ਪ੍ਰਭੂ ਈਸਾ ਨੇ ਹੀ ਉਹਨਾਂ ਨੂੰ ਇਹ ਜਿਹੜੀ ਪ੍ਰੇਰਣਾ ਹੈਗੀ ਦਿੱਤੀ, ਇਸ ਕਰਕੇ ਹੀ ਉਹ ਆਪਣੇ ਸਾਰਾ ਜੀਵਨ ਆ ਜਿਹੜਾ ਉਹ ਦੀਨ ਦੁਖੀਆਂ ਦੀ ਸੇਵਾ ਲਈ ਲਗਾ ਦਿੱਤਾ ਹੈ। ਮਦਰ ਟਰੇਸਾ ਨੇ ਇਹ ਮਹਾਨ ਕਾਰਜ ਜਦੋਂ ਵੀ ਆਰੰਭਿਆ, ਉਸ ਦੇ ਕੋਲ ਇੱਕ ਗੱਲ ਵਿਦਿਆਰਥੀਓ ਇਹ ਨੋਟ ਕਰਨ ਵਾਲੀ ਹੈ, ਜਦੋਂ ਵੀ ਅਸੀਂ ਕੋਈ ਸੰਸਥਾ ਨੂੰ ਚਲਾਉਂਦੇ ਆ, ਠੀਕ ਹੈ, ਉਹ ਸੰਸਥਾ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪੈਸੇ ਦੀ ਲੋੜ ਆ, ਉਸ ਤੋਂ ਬਾਅਦ ਸਾਨੂੰ ਆਦਮੀਆਂ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਪਰੰਤੂ ਇਹ ਦੋਨੇ ਚੀਜ਼ਾਂ ਹੀ ਮਦਰ ਟਰੇਸਾ ਨੇ ਨਹੀਂ ਦੇਖਿਆ। ਜਦੋਂ ਵੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਉਹਨਾਂ ਦੇ ਕੋਲ ਸਿਰਫ 5 ਰੁਪਏ ਸੀ। 5 ਰੁਪਏ ਤੇ ਆਪਣੀ ਮਿਹਨਤ, ਨਿਸਕਾਨ ਸੇਵਾ ਉਹਨਾਂ ਕੋਲੇ ਬਹੁਤ ਸੀ। ਆਪਣੀ ਸੇਵਾ ਦੇ ਸਦਕਾ ਹੀ ਉਹਨਾਂ ਨੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਖੜੀਆਂ ਕਰ ਦਿੱਤੀਆਂ ਕਿ ਬਾਅਦ ਦੇ ਵਿੱਚ ਆ ਕੇ ਅਨੇਕਾਂ ਹੀ ਲੋਕ, ਪੈਸੇ ਵਾਲੇ ਲੋਕ, ਕੰਮ ਕਰਨ ਵਾਲੇ ਲੋਕ ਅਨੇਕਾਂ ਹੀ ਉਹਨਾਂ ਦੇ ਨਾਲ ਜੁੜ ਗਏ ਸੀ। ਉਹਨਾਂ ਨੇ ਇਹ ਕੰਮ ਹਮੇਸ਼ਾ
ਇੱਕ ਦਰਖਤ ਦੀ ਛਾਂ ਹੇਠੋਂ ਸ਼ੁਰੂ ਕੀਤਾ ਸੀ ਤੇ ਅੱਜ ਕੱਲ ਵਿਦਿਆਰਥੀਓ ਤੁਸੀਂ ਦੇਖੋਗੇ ਕਿ ਕਿੰਨੇ ਹੀ ਭਵਨ, ਕਿੰਨੇ ਹੀ ਸੰਸਥਾਵਾਂ ਚੱਲ ਰਹੀਆਂ ਹਨ ਉਹਨਾਂ ਦੇ ਨਾਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 2000 ਤਕਰੀਬਨ ਅਧਿਆਪਕ ਆ ਜਿਹੜਾ ਉਹ ਪੜ੍ਹਾ ਰਹੇ ਨੇ ਤੇ 30,000 ਬੱਚੇ ਉਹਨਾਂ ਤੋਂ ਸਿੱਖਿਆ ਗ੍ਰਹਿਣ ਕਰ ਰਹੇ ਨੇ। ਜੇਕਰ ਹੁਣ ਆਪਾਂ ਉਹਨਾਂ ਦੀ ਗੱਲ ਕਰੀਏ ਕਿ ਇਹ ਸਾਰੇ ਕੰਮ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਆਪਣੀ ਪ੍ਰਾਪਰਟੀ ਨਹੀਂ ਬਣਾਈ, ਆਪਣੀ ਉਹਨਾਂ ਦੀ ਸੰਪत्ति ਕੀ ਸੀ, ਉਹ ਇੱਕ ਬੜੇ ਹੀ ਨਿਰਮਲ ਸ਼ਾਂਤ ਹਿਰਦੇ ਵਾਲੇ ਸਨ। ਉਹਨਾਂ ਦੀ ਆਪਣੀ ਸੰਪत्ति ਕੋਈ ਨਹੀਂ ਸੀ, ਉਹਨਾਂ ਦੀ ਸੰਪत्ति ਸਿਰਫ ਸੀ 2 ਧੋਤੀਆਂ ਸੀ ਉਹਨਾਂ ਕੋਲੇ, ਇੱਕ ਬਾਲਟੀ ਸੀ, ਇੱਕ ਮੱਗ ਸੀ ਤੇ ਇੱਕ ਪਲੇਟ ਸੀ। ਸਿਰਫ ਉਹ ਇਹ ਸੰਪत्ति ਨੂੰ ਆਪਣੀ ਸੰਪत्ति ਮੰਨਦੇ ਸੀ, ਹੋਰ ਕੋਈ ਵੀ ਸੰਪत्ति ਤੇ ਆਪਣਾ ਅਧਿਕਾਰ ਨਹੀਂ ਮੰਨਦੇ ਸੀ। ਉਹਨਾਂ ਦੀ ਇਸ ਨਿਸਕਾਮ ਸੇਵਾ ਦੇ ਵਿੱਚ ਪਰਮਾਤਮਾ ਨੇ ਵੀ ਉਹਨਾਂ ਨੂੰ ਇਨਾਮ ਬਖਸ਼ਿਆ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਗੁਣ ਭਰਿਆ, ਮਮਤਾ ਦਾ ਗੁਣ ਸਭ ਤੋਂ ਵੱਡਾ ਹੈ। ਪਰਮਾਤਮਾ ਨੇ ਉਸ ਦੇ ਵਿੱਚ ਇਹ ਮਮਤਾ ਦਾ ਗੁਣ ਭਰਿਆ। ਉਸ ਤੋਂ ਬਾਅਦ ਮੌਕੇ ਦੀਆਂ ਸਰਕਾਰਾਂ ਨੇ ਵੀ ਉਹਨਾਂ ਨੂੰ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਜਿਵੇਂ ਮੈਂ ਰਿਪੀਟ ਕਰ ਰਿਹਾ, 1992 ਦੇ ਵਿੱਚ ਤੇ 1993 ਦੇ ਵਿੱਚ, 1980 ਦੇ ਵਿੱਚ ਉਹਨਾਂ ਨੂੰ ਅਨੇਕਾਂ ਇੱਕ ਤਰ੍ਹਾਂ ਦੇ ਪੁਰਸਕਾਰ ਦਿੱਤੇ ਗਏ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਨਾਮ ਸਨਮਾਨਿਆ ਗਿਆ। ਅਖੀਰ ਦੇ ਵਿੱਚ ਉਹ ਥੋੜੀ ਬਿਮਾਰ ਹੋਈ ਹੈ ਤੇ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ 5 ਸਤੰਬਰ 1997 ਦੇ ਵਿੱਚ ਰਾਤ ਨੂੰ 12:30 ਵਜੇ। ਪਰੰਤੂ ਉਹਨਾਂ ਦੀ ਮੌਤ ਤੋਂ ਬਾਅਦ ਭਾਰਤ ਵਾਸੀਆਂ ਨੇ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ ਕਿ ਮਦਰ ਟਰੇਸਾ ਉਹਨਾਂ ਦੇ ਵਿੱਚ ਨਹੀਂ ਹਨ। ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਕਦੇ ਨਹੀਂ ਭੁਲਾਉਂਦੇ। ਉਹ ਭਾਰਤ ਵਾਸੀ ਹਮੇਸ਼ਾ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਰੱਖਦੇ ਨੇ ਤੇ ਹਮੇਸ਼ਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਸੇਧਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ। ਸੋ ਵਿਦਿਆਰਥੀਓ, ਇਹ ਸਾਡਾ ਲੈਸਨ ਸੀ ਮਦਰ ਟਰੇਸਾ ਦੇ ਵਿੱਚ ਵਿਦਿਆਰਥੀਓ ਅਸੀਂ ਉਹਨਾਂ ਦੀ ਜੀਵਨੀ ਬਾਰੇ ਪੜ੍ਹਿਆ ਤੇ ਉਹਨਾਂ ਦੇ ਸੁਭਾਅ ਬਾਰੇ, ਉਸ ਰੱਬ ਦੀ ਮੂਰਤ ਬਾਰੇ ਅਸੀਂ ਅੱਜ ਜਾਣਿਆ। ਸੋ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇੱਕ ਵਾਰ ਇਸ ਲੈਸਨ ਨੂੰ ਪੜ੍ਹ ਲੈਣਾ ਹੈ। ਪੜ੍ਹ ਕੇ ਜੋ ਵੀ ਤੁਹਾਨੂੰ ਇਹਦੇ ਵਿੱਚ ਕੋਈ ਸ਼ਬਦ ਅਰਥ ਔਖਾ ਲੱਗਿਆ ਤਾਂ ਤੁਸੀਂ ਮੈਨੂੰ ਉਸ ਦੇ ਵਿੱਚ ਪੁੱਛ ਸਕਦੇ ਹੋ। ਸੋ ਵਿਦਿਆਰਥੀਓ, ਧੰਨਵਾਦ।